ਆਸਟ੍ਰੇਲੀਆ ਕੋਲ ਜਿਵੇਂ ਤੇ ਯੂਕੇ ਕੋਲ ਹਜੇ ਸਤੰਬਰ ਇਨਟੇਕ ਵੀ ਹੈ, ਨਵੰਬਰ ਇਨਟੇਕ ਵੀ ਹੈ। ਯੂਕੇ ਕੋਲ ਵੀ ਸਤੰਬਰ ਇਨਟੇਕ ਅਵੇਲੇਬਲ ਹੈ। ਕੈਨੇਡਾ ਕੋਲ ਅਕਤੂਬਰ ਇਨਟੇਕ ਅਵੇਲੇਬਲ ਹੈ। ਬੱਚਿਆਂ ਨੂੰ ਅਸੀਂ ਇਹੀ ਗਾਈਡੈਂਸ ਦੇਣਾ ਚਾਹੁੰਦੇ ਹਾਂ ਕਿ ਜਿੰਨੀ ਛੇਤੀ ਅਗਰ ਉਹਨਾਂ ਦਾ ਰਿਜ਼ਲਟ ਆ ਚੁੱਕਾ ਹੈ ਜਾਂ ਆਇਲਸੋ ਕਰ ਚੁੱਕੇ ਜਾਂ ਨਹੀਂ ਕਰ ਚੁੱਕੇ, ਫਿਰ ਵੀ ਉਹਨਾਂ ਨੂੰ ਅਰਲੀ ਸੋਚਣਾ ਚਾਹੀਦਾ, ਡਿਸੀਜ਼ਨ ਲੈਣਾ ਚਾਹੀਦਾ, ਕਿਉਂਕਿ ਇਸ ਟਾਈਮ ਹਰੇਕ ਕੰਟਰੀ ਦਾ ਪ੍ਰੋਸੈਸ ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਹੈ। ਤੋਂ ਬਾਅਦ ਬੱਚਿਆਂ ਨੂੰ ਹੁੰਦਾ ਕਿ ਅਗਰ ਮੇਰੇ ਪਰਸੈਂਟੇਜ ਇੰਨੇ ਆਏ ਨੇ ਤਾਂ ਮੈਨੂੰ ਐਡਮਿਸ਼ਨ ਮਿਲੇਗੀ ਜਾਂ ਨਹੀਂ ਮਿਲੇਗੀ। ਅਗਰ ਅੱਛੇ ਪਰਸੈਂਟੇਜਸ ਆਈ ਹੈ ਤਾਂ ਸਕਾਲਰਸ਼ਿਪ ਆਪਸ਼ਨਸ ਕੀ ਹੋਣਗੀਆਂ ਮੇਰੇ ਕੋਲ। ਬਾਕੀ ਜੇ ਤੁਸੀਂ ਸਾਨੂੰ ਆ ਕੇ ਮਿਲਣਾ ਚਾਹੁੰਦੇ ਹੋ, ਅਸੀਂ ਤਾਂ ਮੰਡੇ ਟੂ ਸੈਟਰਡੇ ਅਵੇਲੇਬਲ ਹੈਗੇ ਹਾਂ ਫਿਰੋਜ਼ ਗਾਂਧੀ ਮਾਰਕੀਟ SCO 41 ਦੇ ਵਿੱਚ 2nd ਫਲੋਰ ਤੇ। कि हमारी तरफ से जो इस समय एक्सेप्ट किया जा रहा है गैप, वो करीब 3 साल का गैप किया जा रहा है। 2019 पास आउट बच्चा 12वीं में के बाद जा सकता है और 2017 का बच्चा है वो ग्रेजुएशन के बाद जा सकता है। तो अभी जो बच्चे आ रहे हैं जिनके रिज़ल्ट अभी दोनों नहीं है, ना आइल्स किया है ना उन्होंने अभी तक प्रोजेक्टेड स्कोर्स है जिनके अभी तक, तो उनके चांसेस मई के ज़्यादा हैं, जनवरी के कम हैं। ਸਤਿ ਸ਼੍ਰੀ ਅਕਾਲ, ਮੈਂ ਨਿਧੀ ਵਰਮਾ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ। AECC ਗਲੋਬਲ ਵੱਲੋਂ ਗਲੋਬਲ ਐਜੂਕੇਸ਼ਨ ਫੇਅਰ 2022 ਜਿਹੜਾ ਹੈ ਅੱਜ ਲਗਾਇਆ ਗਿਆ ਹੈ ਪਾਰਕ ਪਲਾਜ਼ਾ ਦੇ ਵਿੱਚ, ਲੁਧਿਆਣਾ ਪਾਰਕ ਪਲਾਜ਼ਾ ਦੇ ਵਿੱਚ। ਇੱਥੇ ਐਜੂਕੇਸ਼ਨ ਫੇਅਰ ਲਗਾਇਆ ਗਿਆ ਹੈ ਗਲੋਬਲ ਐਜੂਕੇਸ਼ਨ ਫੇਅਰ ਵੱਲੋਂ। ਤੇ ਇੱਥੇ ਜਿਹੜੇ ਅਲੱਗ-ਅਲੱਗ ਕੰਟਰੀਜ਼ ਤੋਂ ਰਿਪਰੈਜ਼ੈਂਟੇਟਿਵਸ ਆਏ ਨੇ, ਅਲੱਗ-ਅਲੱਗ ਜਿਹੜੇ ਡਾਊਟਸ ਨੇ ਲੋਕਾਂ ਦੇ, ਸਟੂਡੈਂਟਸ ਦੇ, ਉਹ ਕਲੀਅਰ ਕਰਦੇ ਪਏ ਨੇ। ਕਿਹੜੇ ਟੋਟਲ 8 ਕੰਟਰੀਜ਼ ਤੋਂ ਆਏ ਨੇ ਜਿਹੜੇ ਰਿਪਰੈਜ਼ੈਂਟੇਟਿਵਸ, ਤੇ ਹੋਰ ਜਿਹੜੇ ਇਹਨਾਂ ਨੂੰ ਲੈ ਕੇ ਡਾਊਟਸ ਨੇ, ਕਿਸ ਤਰ੍ਹਾਂ ਡਾਊਟਸ ਕਲੀਅਰ ਕਰ ਰਹੇ ਨੇ ਤੇ ਹੋਰ ਕਿਹੜੀ ਕੰਟਰੀ ਜਾਣਾ ਚਾਹੁੰਦੇ ਨੇ। ਅਕਸਰ ਦੇਖਿਆ ਜਾਂਦਾ ਹੈ ਕਿ ਬਾਹਰ ਜਾ ਕੇ ਸਟੱਡੀ ਕਰਨ ਦਾ ਹਰ ਸਟੂਡੈਂਟ ਦਾ ਇੱਕ ਸੁਪਨਾ ਹੁੰਦਾ ਹੈ, ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਡਾਊਟਸ ਵੀ ਹੁੰਦੇ ਹੈ। ਤੇ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਦੇ ਹਾਂ ਰਿਪਰੈਜ਼ੈਂਟੇਟਿਵਸ ਨਾਲ, ਸਟੂਡੈਂਟਸ ਨਾਲ, ਤੇ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਦੇ ਨਾਲ। ਸੋ ਸਰ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਂਦੇ ਹਾਂ। ਸਰ, ਕਿਸ ਤਰ੍ਹਾਂ ਦੇ ਡਾਊਟਸ ਲੈ ਕੇ ਸਟੂਡੈਂਟਸ ਆਏ ਨੇ ਤੇ ਟੋਟਲ ਕਿਹੜੀ ਕੰਟਰੀਜ਼ ਤੋਂ ਇਸ ਟਾਈਮ ਤੇ ਇੱਥੇ ਰਿਪਰੈਜ਼ੈਂਟੇਟਿਵ ਮੌਜੂਦ ਨੇ? ਟੋਟਲ 8 ਕੰਟਰੀਜ਼ ਅਸੀਂ ਸੁਣ ਰਹੇ ਹਾਂ, ਕਿਹੜੀ ਕੰਟਰੀਜ਼ ਤੋਂ? ਇਸ ਵਕਤ ਸਾਡੇ ਕੋਲ ਜਿਹੜੇ ਰਿਪਰੈਜ਼ੈਂਟੇਟਿਵ ਮੌਜੂਦ ਨੇ ਆਸਟ੍ਰੇਲੀਆ ਤੋਂ ਨੇ, ਕੈਨੇਡਾ ਤੋਂ ਨੇ, UK ਤੋਂ, USA ਤੋਂ ਤੇ ਦੁਬਈ ਤੋਂ ਨੇ। ਬਟ ਇਸ ਤੋਂ ਇਲਾਵਾ ਵੀ ਅਸੀਂ ਜਰਮਨੀ, ਨਿਊਜ਼ੀਲੈਂਡ ਦੇ ਵਿੱਚ ਵੀ ਡੀਲ ਕਰਦੇ ਹਾਂ। ਅਤੇ ਇਹ ਸਾਰੇ ਕੰਟਰੀਜ਼ ਲਈ ਅੱਗੋਂ ਆਪਸ਼ਨਸ ਬੱਚਿਆਂ ਨੂੰ ਦੱਸ ਰਹੇ ਨੇ ਕਿ ਜਿਵੇਂ ਕਿ ਕਈ ਆਸਟ੍ਰੇਲੀਆ ਕੋਲ ਜਿਵੇਂ ਤੇ UK ਕੋਲ ਹਜੇ ਸਤੰਬਰ ਇਨਟੇਕ ਵੀ ਹੈ, ਨਵੰਬਰ ਇਨਟੇਕ ਵੀ ਹੈ। UK ਕੋਲ ਵੀ ਸਤੰਬਰ ਇਨਟੇਕ ਅਵੇਲੇਬਲ ਹੈ। ਕੈਨੇਡਾ ਕੋਲ ਅਕਤੂਬਰ ਇਨਟੇਕ ਅਵੇਲੇਬਲ ਹੈ। ਫਿਰ ਜਨਵਰੀ 2023 ਦੇ ਇਨਟੇਕ ਤਾਂ ਓਪਨ ਹੋ ਹੀ ਚੁੱਕੇ ਨੇ ਬਾਕੀ ਕੰਟਰੀਜ਼ ਕੋਲ ਵੀ, ਕੈਨੇਡਾ ਕੋਲ ਵੀ, ਆਸਟ੍ਰੇਲੀਆ ਕੋਲ ਵੀ। ਅਤੇ ਬੱਚਿਆਂ ਨੂੰ ਅਸੀਂ ਇਹੀ ਗਾਈਡੈਂਸ ਦੇਣਾ ਚਾਹੁੰਦੇ ਹਾਂ ਕਿ ਜਿੰਨੀ ਛੇਤੀ ਅਗਰ ਉਹਨਾਂ ਦਾ ਰਿਜ਼ਲਟ ਆ ਚੁੱਕਾ ਹੈ ਜਾਂ ਆਇਲਸੋ ਕਰ ਚੁੱਕੇ ਜਾਂ ਨਹੀਂ ਕਰ ਚੁੱਕੇ, ਫਿਰ ਵੀ ਉਹਨਾਂ ਨੂੰ ਅਰਲੀ ਸੋਚਣਾ ਚਾਹੀਦਾ, ਡਿਸੀਜ਼ਨ ਲੈਣਾ ਚਾਹੀਦਾ, ਕਿਉਂਕਿ ਇਸ ਟਾਈਮ ਹਰੇਕ ਕੰਟਰੀ ਦਾ ਪ੍ਰੋਸੈਸ ਥੋੜ੍ਹਾ ਜਿਹਾ ਟਾਈਮ ਕੰਜ਼ਿਊਮਿੰਗ ਹੈ, ਜ਼ਿਆਦਾ ਟਾਈਮ ਲੱਗ ਰਿਹਾ ਹਰੇਕ ਵੀਜ਼ਾ ਪ੍ਰੋਸੈਸ ਨੂੰ। ਅਤੇ ਅਗਰ ਉਹ ਟਾਈਮਲੀ ਸਾਡੇ ਕੋਲ ਆਉਣਗੇ ਤਾਂ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਕਿ ਕਿੰਨਾ ਟਾਈਮ ਲੱਗ ਰਿਹਾ ਹੈ ਅਤੇ ਤੁਹਾਨੂੰ ਕਦੋਂ ਕਿਹੜੀ ਟਾਈਮਲਾਈਨ ਦੇ ਹਿਸਾਬ ਨਾਲ ਅਪਲਾਈ ਕਰਨਾ ਚਾਹੀਦਾ। ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਕਿਹੜੇ ਡਾਕੂਮੈਂਟਸ ਕੰਪਲੀਟ ਕਰਨੇ ਚਾਹੀਦੇ ਨੇ ਕਿ ਟਾਈਮਲੀ ਤੁਸੀਂ ਵੀਜ਼ਾ ਲੌਂਚ ਕਰ ਸਕੋ। ਸਰ, ਜਿਹੜਾ AECC ਗਲੋਬਲ ਯੂਨੀਵਰਸਿਟੀ, ਇਹਨਾਂ ਵੱਲੋਂ ਜਿਹੜੇ ਮਤਲਬ ਜੋ ਵੀ ਰਿਪਰੈਜ਼ੈਂਟੇਟਿਵ ਆਏ ਨੇ, ਕਿਸ ਤਰ੍ਹਾਂ ਦੇ ਇਹਨਾਂ ਦੇ ਡਾਊਟਸ ਰਹੇ ਨੇ ਸਟੂਡੈਂਟਸ ਨੂੰ ਲੈ ਕੇ, ਸਟੂਡੈਂਟਸ ਦੇ ਕਿਸ ਤਰ੍ਹਾਂ ਡਾਊਟਸ ਲੈਣੇ, ਉਹ ਮਤਲਬ ਕੀ ਦੱਸਣਾ ਚਾਹੋਗੇ? ਹੁਣ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ, ਕਾਫੀ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਡਾਊਟਸ ਰਹਿੰਦੇ ਕਿ ਅਸੀਂ ਕਿਹੜੀ ਕੰਟਰੀ ਜਾ ਕੇ ਸਟੱਡੀ ਕਰੀਏ, ਕੀ ਦੱਸਣਾ ਚਾਹੋਗੇ? ਜਿਹੜੇ ਬੱਚਿਆਂ ਦੇ ਡਾਊਟਸ ਰਹਿੰਦੇ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇਹ ਡਾਊਟ ਹੁੰਦਾ ਹੈ ਕਿ ਇਹ ਪਰਟੀਕੂਲਰ ਅਗਰ ਕੰਟਰੀ ਦੇ ਵਿੱਚ ਅਸੀਂ ਜਾਵਾਂਗੇ ਤਾਂ ਇੱਥੇ ਸਾਡੀ ਕਾਸਟਿੰਗ ਕਿੰਨੀ ਰਹੇਗੀ ਪੜ੍ਹਾਈ ਦੀ, ਸਟੱਡੀ ਦੀ। ਫਿਰ ਦੂਸਰਾ ਡਾਊਟ ਰਹਿੰਦਾ ਹੈ ਕਿ ਸਾਡੀ ਲਿਵਿੰਗ ਦੇ ਕਿੰਨੀ ਕਾਸਟਿੰਗ ਰਹੇਗੀ। ਉਹ ਸਭ ਤੋਂ ਪਹਿਲੇ 2 ਡਾਊਟ ਹੁੰਦੇ ਨੇ। ਉਸ ਤੋਂ ਬਾਅਦ ਲੋਕੇਸ਼ਨ ਦੀ ਪ੍ਰੈਫਰੈਂਸ ਹੁੰਦੀ ਹੈ ਬੱਚਿਆਂ ਦੀ ਕਿ ਲੋਕੇਸ਼ਨ ਸਾਨੂੰ ਕਿਹੜੀ ਚੂਜ਼ ਕਰਨੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਹੁੰਦਾ ਕਿ ਅਗਰ ਮੇਰੇ ਪਰਸੈਂਟੇਜ ਇੰਨੇ ਆਏ ਨੇ ਤਾਂ ਮੈਨੂੰ ਐਡਮਿਸ਼ਨ ਮਿਲੇਗੀ ਜਾਂ ਨਹੀਂ ਮਿਲੇਗੀ। ਅਗਰ ਅੱਛੇ ਪਰਸੈਂਟੇਜਸ ਆਈ ਹੈ ਤਾਂ ਸਕਾਲਰਸ਼ਿਪ ਆਪਸ਼ਨਸ ਕੀ ਹੋਣਗੀਆਂ ਮੇਰੇ ਕੋਲ। ਅਤੇ ਫਿਰ ਉਸ ਤੋਂ ਬਾਅਦ ਆਫਟਰ, ਸਭ ਤੋਂ ਵੱਡਾ ਡਾਊਟ ਜਿਹੜਾ ਅੱਜ ਦੀ ਡੇਟ 'ਚ ਹੁੰਦਾ ਹੈ ਕਿ ਆਫਟਰ ਕੰਪਲੀਟਿੰਗ ਮਾਈ ਐਜੂਕੇਸ਼ਨ ਮੈਨੂੰ ਉੱਥੇ ਕਰੀਅਰ ਆਪਸ਼ਨਸ ਕੀ ਮਿਲਣਗੀਆਂ, ਮੈਂ ਉੱਥੇ ਕੀ ਕੰਮ ਕਰ ਸਕਦਾ, ਕਿੰਨੇ ਸਾਲਾਂ ਲਈ ਕਰ ਸਕਦਾ। ਇਹ ਸਾਰਾ ਕੁਝ ਬੱਚਿਆਂ ਦੇ ਡਾਊਟਸ ਮੇਨ ਰਹਿੰਦੇ ਨੇ ਜਿਹੜੇ ਇੱਥੇ ਉਹ ਕਲੀਅਰ ਕਰਦੇ ਨੇ। ਬਿਲਕੁਲ ਸਰ, ਹੋਰ ਕਿੰਨੇ ਏਰੀਆਜ਼ ਦੇ ਵਿੱਚ, ਕਿਹੜੀ ਕੰਟਰੀਜ਼ ਦੇ ਵਿੱਚ ਤੁਸੀਂ ਇੱਦਾਂ ਦਾ ਫੇਅਰ ਲਗਾ ਚੁੱਕੇ ਹੋ ਤੇ ਤਾਂ ਕਿ ਇਹਨਾਂ ਦੇ ਡਾਊਟਸ ਇੱਦਾਂ ਹੀ ਕਲੀਅਰ ਹੁੰਦੇ ਰਹਿਣ? ਅਸੀਂ ਦੇਖਦੇ ਪਏ ਹਾਂ ਕਾਫੀ ਇੱਦਾਂ ਦੇ ਐਜੂਕੇਸ਼ਨ ਫੇਅਰ ਲੱਗ ਚੁੱਕੇ ਨੇ, ਤੇ ਹੋਰ ਵੀ ਮਤਲਬ ਕਿੰਨੇ ਵਾਰ ਲਗਾ ਚੁੱਕੇ? ਅਸੀਂ ਪਹਿਲੇ ਦੇਖੋ ਕੋਵਿਡ ਦੇ ਡਿਊਰੇਸ਼ਨ 'ਚ ਵੀ ਅਸੀਂ ਇਹ ਸਾਲ 'ਚ 3 ਤੋਂ 4 ਵਾਰੀ ਫੇਅਰ ਕਰਦੇ ਰਹੇ ਹਾਂ, ਬਟ ਵਰਚੁਅਲੀ।
ਇਹ 2 ਸਾਲ ਬਾਅਦ ਸੀਗਾ ਜਦੋਂ ਅਸੀਂ ਇੱਕ ਫਿਜ਼ੀਕਲ ਇਵੈਂਟ ਕੀਤਾ ਜਿਹਦੇ ਵਿੱਚ ਬੱਚੇ ਫੇਸ ਟੂ ਫੇਸ ਆ ਕੇ ਮਿਲ ਸਕੇ, ਬਟ ਅਸੀਂ ਕਦੇ ਵੀ ਇਹ ਵਾਲੇ ਫੇਅਰਸ ਰੁਕਣ ਨਹੀਂ ਦਿੱਤੇ। ਅਸੀਂ ਵਰਚੁਅਲੀ ਕਨਵਰਟ ਕਰਤੇ ਸੀਗੇ ਕਿ ਬੱਚਾ ਵਰਚੁਅਲੀ ਘਰ ਬੈਠ ਕੇ ਕਰ ਸਕਦਾ ਸੀਗਾ, ਬਟ ਬੱਚਿਆਂ ਦਾ ਰਿਸਪੌਂਸ ਅੱਛਾ ਮਿਲਿਆ। ਅੱਜ ਬੱਚੇ ਕੋਵਿਡ ਦੇ ਟਾਈਮ ਪੀਰੀਅਡ ਤੋਂ ਬਾਅਦ ਜਦੋਂ ਦੁਬਾਰਾ ਆਏ ਨੇ, ਉਹਨਾਂ ਨੂੰ ਡਾਇਰੈਕਟਲੀ ਫੇਸ ਟੂ ਫੇਸ ਮਿਲ ਕੇ ਰੈਪਸ ਨੂੰ ਵੀ ਅੱਛਾ ਲੱਗਾ ਤੇ ਬੱਚਿਆਂ ਨੂੰ ਵੀ ਬਹੁਤ ਅੱਛਾ ਲੱਗਾ ਕਿ ਉਹ ਰੈਪਸ ਨੂੰ ਮਿਲ ਸਕੇ ਨੇ, ਕਿਉਂਕਿ ਸਾਡੇ ਨਾਲ ਤਾਂ ਉਹ ਮਿਲਦੇ ਹੀ ਰਹਿੰਦੇ ਨੇ। ਅਸੀਂ ਗਾਈਡੈਂਸ ਲਈ ਹਮੇਸ਼ਾ ਬੈਠੇ ਹੀ ਹੋਏ ਹਾਂ ਬੱਚੇ ਲਈ। ਸੋ ਸਰ ਇਹ ਵੀ ਮਤਲਬ ਇਹ ਚੀਜ਼ ਕਿ ਟਾਈਮਸ ਵਗੈਰਾ ਨੂੰ ਲੈ ਕੇ ਵੀ ਹੁੰਦੀ ਹੈ ਕਿ ਡੇਟ ਨੂੰ ਲੈ ਕੇ ਕਦੋਂ ਇੰਸਟੀਚਿਊਟ ਸਟਾਰਟ ਹੁੰਦਾ ਹੈ ਜਾਂ ਕਦੋਂ ਦੀ ਅਸੀਂ ਜੁਆਇਨਿੰਗ ਕਰ ਸਕਦੇ ਹਾਂ ਕਲਾਸਿਸ ਜਾਂ ਹੋਰ ਚੀਜ਼ਾਂ ਨੂੰ ਲੈ ਕੇ, ਉਹ ਕਿੱਦਾਂ ਕਲੀਅਰ ਕਰਨਾ, ਕੀ ਕਲੀਅਰ ਕਰਨਾ? ਦੇਖੋ, ਜਿਹੜੇ ਇਨਟੇਕਸ ਹੁੰਦੇ ਨੇ ਹਰੇਕ ਕੰਟਰੀ ਦੇ ਅਲੱਗ-ਅਲੱਗ ਹੁੰਦੇ ਨੇ। ਕਦੋਂ ਕਲਾਸਿਸ ਜੁਆਇਨ ਕਰ ਸਕਦੇ ਹੋ, ਜਿਵੇਂ ਕੈਨੇਡਾ ਦੇ ਵਿੱਚ ਮੇਜਰ ਇਨਟੇਕ ਜਨਵਰੀ, ਮਈ ਤੇ ਸਤੰਬਰ ਹੁੰਦੇ ਨੇ, ਤੇ ਜੇ ਅਗਰ ਗੱਲ ਕਰੀਏ ਆਸਟ੍ਰੇਲੀਆ ਦੀ ਤੇ ਫੈਬਰਰੀ ਤੇ ਜੁਲਾਈ ਇਨਟੇਕ ਹੁੰਦੇ ਨੇ, ਤੇ ਨਵੰਬਰ ਇੱਕ ਇਨਟੇਕ ਹੁੰਦਾ ਉਹਨਾਂ ਦਾ। ਯੂਕੇ ਤੇ USA ਲਈ ਮੇਜਰ ਜਿਹੜੇ ਇਨਟੇਕਸ ਹੁੰਦੇ ਨੇ ਉਹ ਵੀ ਅਪ੍ਰੈਲ, ਮਈ ਤੇ ਜਾਂ ਸਤੰਬਰ ਇਨਟੇਕ ਸਭ ਤੋਂ ਮੇਜਰ ਹੁੰਦਾ ਉਹਨਾਂ ਲਈ, ਉਹ ਉਹਨਾਂ ਦੇ ਇਨਟੇਕਸ ਨੇ। ਬਾਕੀ ਜੇ ਤੁਸੀਂ ਸਾਨੂੰ ਆ ਕੇ ਮਿਲਣਾ ਚਾਹੁੰਦੇ ਹੋ, ਅਸੀਂ ਤਾਂ ਮੰਡੇ ਟੂ ਸੈਟਰਡੇ ਅਵੇਲੇਬਲ ਹੈਗੇ ਆ ਫਿਰੋਜ਼ ਗਾਂਧੀ ਮਾਰਕੀਟ SCO 41 ਦੇ ਵਿੱਚ 2nd ਫਲੋਰ ਤੇ। My name is Ravi Rana and I am recruitment advisor for Victoria University Melbourne. तो सर स्टूडेंट्स आ रहे हैं, कैसे कैसे डाउट्स लेकर आपके पास आ रहे हैं, तो क्या कोर्स वो रखना चाहते हैं, क्या चूज़ करना चाहते हैं? I think so earlier market was all about Canada earlier, but we students are quite interested toward Australia as well, because Australia is having huge opportunities for all kind of student. So basically they are asking about courses like IT, engineering, medical courses हैं, and then teaching and other courses are also available in university. सो सर और कौन से कोर्सेज हैं आपके पास जो स्टूडेंट्स और करना चाहते हैं, क्योंकि IT और नर्सिंग या और चीज़ों को लेके तो हम हमेशा ही सुनते आ रहे हैं, तो और कौन से कोर्स? See, as a university we are offering all range of programs starting at diploma, bachelor, master level. उसमें different department हैं. It can be in digital media as well. There are students from arts background. Arts students के लिए बहुत limited options रहते हैं, no matter whether they are looking for Canada or any other country or Australia. So we are having very good program for those students as well. Like Bachelor of Education is there. We have a Bachelor of Arts also. One of the most popular program from Australian market point of view is Master of Business Analytic, and if you look at from project management point of view, which is a kind of MBA program for engineers. So these are certain programs which are popular in Australia, and student can make their career in this certain field as well, apart from IT, engineering and business courses. तो सर हम ऑस्ट्रेलिया की बात कर रहे हैं, अक्सर हम देखते हैं पंजाब में स्टूडेंट्स का ये होता है कि हमने कनाडा जाना है, तो इस टाइम पे ऑस्ट्रेलिया का कितना मतलब है इस टाइम? See, that is all mindset. I'll not say that Canada is a bad option, but end of the day you have to think about other countries as well. And if Australia is giving you that kind of opportunity, you can have much more better career than other countries with better courses, you should choose Australia. So Australia ne they have given all kind of flexibility to the student, for international student, whether it is in term of financial support during the pandemic, and in term of the relaxation on work permits as well. So Australia is again we are back into the market, and we are very good option for the student. मेरा नाम गौरव मनचंदा है और मैं मैनेजर हूँ नॉर्थ इंडिया सेंट लॉरेंस कॉलेज के लिए। ये ओंटारियो में बेस्ड है, ठीक है। हमारे 3 कैंपस हैं, एक है किंगस्टन, दूसरा है कॉर्नवॉल और तीसरा है ब्रॉकविल। किंगस्टन की अगर बात करूँ, करीब 3 घंटा दूर है टोरंटो से, 2 घंटा दूर है ऑटवा से और 3 घंटा दूर है मॉन्ट्रियल से। तो मतलब इस टाइम पे आपके पास स्टूडेंट्स जो आ रहे हैं, कैसे डाउट्स लेके आ रहे हैं, क्या चाहते हैं इस टाइम पे वो करना? बच्चे जो ज़्यादातर आ रहे हैं वो भी 12th का अपना रिज़ल्ट की वेट कर रहे हैं, और बहुत से बच्चों ने अभी तक आइल्स नहीं दिया है। कुछ पंजाब बोर्ड के भी आए हैं। ज़्यादातर मेरे पास कंडीशनल ऑफर लेटर्स के आ रहे हैं बच्चे जो 2022 पास आउट हैं। उसके बाद मेरे पास 2019, 2020 पास आउट भी बच्चे आए हैं। तो एज ऑफ नाउ अच्छा क्राउड आया है। तो जो 12 पास है, जैसे हम पंजाब बोर्ड की बात करें, उनका हाल ही में रिजल्ट है, तो उनका क्या रहा है कि उनका हमेशा स्टूडेंट्स का ये रहा है कि बाहर जाकर स्टडी करने का, वो आए हैं, कैसे उनकी क्वारीज रही है, क्या डाउट्स रहे हैं? नहीं, उनके स्कोर्स अभी तक सब अच्छे आए हैं, क्योंकि ऑब्वियसली आप भी जानते हो 10+2 में एज कम होता है तो क्लैरिटी कम है, कन्फ्यूजन ज़्यादा है। और ज़्यादातर जो बच्चे आए हैं वो बिना पेरेंट्स के आए हैं, तो उनको नहीं मालूम है, क्योंकि डिसीज़न मेकिंग नहीं हो पा रही है अभी कि किस में जाना है किस में नहीं जाना है। दोस्त हैं उठकर आ गए हैं, तो टाइम के साथ वो मैच्योरिटी आ जाएगा, क्लैरिटी आ जाएगा। अभी और भी बच्चे आएंगे, CBSE के भी एक बार रिजल्ट्स आ जाएंगे, तो आई एम होपफुल। जो बच्चे बाहर नहीं होता, बट गैप्स के लिए होता है कि हमारी तरफ से जो इस समय एक्सेप्ट किया जा रहा है गैप, वो करीब 3 साल का गैप किया जा रहा है। 2019 पास आउट बच्चा 12वीं में के बाद जा सकता है, और 2017 का बच्चा है वो ग्रेजुएशन के बाद जा सकता है। तो सर एडमिशन्स को लेके कब से स्टार्ट हैं, या फिर कब से बच्चे यहाँ पे मतलब आ सकते हैं आपके पास? इस समय हम जनवरी इनटेक के लिए ओपन हैं,
ठीक है, और बहुत सारे प्रोग्राम मेरे फुल हो रहे हैं। तो अभी जो बच्चे आ रहे हैं जिनके रिजल्ट अभी दोनों नहीं है, ना आइल्स किया है ना उन्होंने अभी तक प्रोजेक्टेड स्कोर्स है जिनके अभी तक, तो उनके चांसेस मई के ज़्यादा हैं, जनवरी के कम हैं। ਸੋ ਕੀ ਨਾਮ ਹੈ ਤੁਹਾਡਾ? My name is Rohit Verma. ਰੋਹਿਤ ਮਤਲਬ ਕਿਸ ਤਰ੍ਹਾਂ ਦੇ ਡਾਊਟਸ ਲੈ ਕੇ ਤੁਸੀਂ ਅੱਜ ਆਏ ਹੋ ਹੈ ਨਾ, ਕੀ ਕਰਨਾ ਚਾਹੁੰਦੇ ਹੋ ਅੱਗੇ? Ma'am, I am pursuing graduation and I am here to more information about graduation BCom later in Canada. सो AECC के साथ कब से जुड़े हुए हो, आइल्स कब से कर रहे हो है ना, तो कब से मतलब ऐसा रहा है कि एजुकेशन फेयर आप आज अटेंड कर रहे हो? आइल्स तो मैंने अभी करनी है, अब तो मैं ग्रेजुएशन कर रहा हूँ। ग्रेजुएशन के बाद मैं आइल्स करूँगा और मैं फिर बार सपना कहाँ है जाने का, कहाँ कहाँ सोचा है? कनाडा जाएंगे मैं। तो मतलब ऐसा क्यों कनाडा? और भी हमने देखा है कि अक्सर स्टूडेंट्स का ही कनाडा जाने का रहा है। क्या क्या चीज़ें अपने माइंड में लेके चल रहे हो, क्या करना चाहते हो? मतलब मैं आई हैव नो इंफॉर्मेशन अबाउट देयर बट आई हैव कीन इंटरेस्टेड टू गो अब्रॉड इन कनाडा मोस्टली। मैं मोस्टली सभी से मिल चुकी हूँ, जैसे नॉर्दर्न कॉलेज हो गया या सेंट लॉरेंस हो गया। मोस्टली अच्छा रहा मेरा जो एक्सपीरियंस था यहाँ पे आके, काफ़ी कुछ पता लगा। लाइक इंटर्नशिप हो सकती है ना, पेड इंटर्नशिप है ऊपर से। तो मोस्टली कॉलेजेस भी वो बोल रहे हैं कि हाँ ठीक है, कॉलेजेस भी अच्छे हैं, थोड़ा इन्वायरमेंट अच्छा है वहाँ का। तो आप जाना कहाँ चाहते हो? आपका आपका क्या है? मतलब कई हमने देखा ना कि पंजाब में ज़्यादातर ये होता है कि हमने कनाडा जाना है ना, तो आपका कहाँ जाने का है, कनाडा या किसी और कंट्री? मेरा कनाडा का ही है, बिकॉज मेरा खुद का ब्रदर अभी कनाडा में है। तो मेरा प्रेफरेंस तो था वैंकूवर कनाडा, बट एजुकेशन भी देखने आ गए, तो अगर कोई कॉलेज कहीं और भी अच्छा लगा तो वहाँ पे भी ऑब्वियसली। तो आपको कैसे डाउट्स थे, कैसे कैसे मतलब यूनिवर्सिटीज़ को लेके डाउट्स क्लियर हुए आपके? मेरा मोस्टली डाउट था मेरा गैप, एजुकेशन गैप लेके, तो वो मेरा क्लियर हो गया कि हाँ जनवरी इनटेक वो बोल रहे हैं कि आप अगर आप कर दो जल्दी से जल्दी तो जनवरी इनटेक हो सकता है, वरना बाद में अगर करोगे तो दिक्कत आ सकती है। तो मतलब आपके ऑलमोस्ट डाउट्स क्लियर हुए। कुछ फीडबैक देना हो तो क्या दोगे? फीडबैक ऐसा कुछ नहीं है, सब कुछ अच्छा था, मेरा एक्सपीरियंस भी अच्छा था। कोई ऐसा नहीं है कि किसी ने कोई डाउट ना क्ਲੀਅਰ ਕੀਤਾ ਹੋ ਜਾਂ ਕੁਝ, ਸਭ ਅੱਛਾ था। तो ਡਾਊਟ ਸੀ ਜੀ, ਮੈਂ ਏਜੰਟ ਚੇਂਜ ਕਰਨ ਬਾਰੇ ਪੁੱਛਣਾ ਸੀ ਮੈਡਮ ਨੂੰ। ਉਹਨਾਂ ਨੇ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕੀਤਾ ਮੇਰੀ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ। ਰਾਮਿੰਦਰ ਮੈਡਮ ACC ਤੋਂ ਹੈਗੇ ਨੇ, ਉਹਨਾਂ ਨੇ ਬੜੀ ਹੈਲਪ ਕੀਤੀ ਹੈ ਐਂਡ ਸ਼ੀ ਇਜ਼ ਵੈਰੀ ਮਚ ਕੋਆਪਰੇਟਿਵ। ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕੁਝ ਰੋਸ਼ਨੀ ਮਿਲ ਗਈ ਹੈ। ਵੀ ਆਰ ਹੋਪਫੁਲ ਕਿ ਵੀ ਵਿਲ ਗੈਟ ਦਾ ਏਜੰਟ ਚੇਂਜਡ। सर ਤੁਸੀਂ AECC ਨੂੰ ਕਦੋਂ ਤੋਂ ਜਾਣਦੇ ਹੋ? ਤੁਹਾਨੂੰ ਇੰਨਾ ਮਤਲਬ ਅਸੀਂ ਦੇਖਦੇ ਪਏ ਵੀ ਇਹ AECC ਨੂੰ ਇਸ ਤਰ੍ਹਾਂ ਹੈ ਕਿ ਮੇਰਾ ਬੇਟਾ ਹੀ ਆਂਦਾ ਹੈ। ਮੇਰੇ ਬੇਟੇ ਨੂੰ ਇਹ ਤਕਰੀਬਨ 2 ਮਹੀਨੇ ਹੋ ਗਏ ਇਹਨਾਂ ਨਾਲ ਲਿੰਕ ਬਣਾਏ ਹੋਏ, ਤੇ ਇਹਨਾਂ ਦਾ ਕੋਈ ਵੀ ਜਦੋਂ ਵੀ ਅਸੀਂ ਆਏ ਹਾਂ ਸਾਨੂੰ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਐਂਟਰਟੇਨ ਕੀਤਾ, ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਐਂਡ ਸ਼ੀ ਇਜ਼ ਵੈਰੀ ਮਚ ਕੋਆਪਰੇਟਿਵ। ਆਈ ਐਪਰੀਸ਼ੀਏਟ AECC। ਸੋ ਬਿਲਕੁਲ AECC ਜੋ ਗਲੋਬਲ ਐਜੂਕੇਸ਼ਨ ਫੇਅਰ ਸਟਾਰਟ ਕੀਤਾ ਗਿਆ 2022, ਤੇ ਇਸ ਨੂੰ ਲੈ ਕੇ ਜਿਹੜੇ ਸਟੂਡੈਂਟਸ ਦੇ ਡਾਊਟ ਸੀ ਟੋਟਲ 8 ਕੰਟਰੀਜ਼ ਤੋਂ ਪਹੁੰਚੇ ਨੇ ਰਿਪਰੈਜ਼ੈਂਟੇਟਿਵ। ਕਿਸ ਤਰ੍ਹਾਂ ਦੇ ਡਾਊਟਸ ਲੈ ਕੇ ਪਹੁੰਚੇ ਸੀ ਸਟੂਡੈਂਟਸ, ਕਿਸ ਤਰ੍ਹਾਂ ਦੇ ਜਿਹੜੇ ਕਿਹੜੀ ਯੂਨੀਵਰਸਿਟੀ ਕਿਹੜਾ ਕੋਰਸ, ਹਰ ਇੱਕ ਚੀਜ਼ ਨੂੰ ਲੈ ਕੇ ਸਟੂਡੈਂਟਸ ਦੇ ਵਿੱਚ ਇੱਕ ਚੀਜ਼ ਦਿਮਾਗ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕੀ ਚੀਜ਼ ਅਸੀਂ ਚੂਜ਼ ਕਰੀਏ ਤੇ ਕੀ ਸਾਡੇ ਲਈ ਜਿਹੜਾ ਬੈਨੀਫਿਟ ਹੋਏਗਾ। ਤੇ ਇਸ ਨੂੰ ਲੈ ਕੇ ਜਿਹੜਾ ਐਜੂਕੇਸ਼ਨ ਫੇਅਰ ਲਗਾਇਆ ਗਿਆ ਕਾਫੀ ਜਿਹੜਾ ਉਹਨਾਂ ਦੇ ਲਈ ਬੈਨੀਫਿਟ ਰਿਹਾ। ਇਸ ਚੀਜ਼ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਸਟੂਡੈਂਟਸ ਦੇ ਨਾਲ, ਜਿਹੜੇ ਪ੍ਰਿੰਸੀਪਲ ਸਰ ਇੱਕ ਸਾਡੇ ਨਾਲ ਮੌਜੂਦ ਸੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਜਿਹੜੇ ਹੋਰ ਜਿਹੜੇ ਰਿਪਰੈਜ਼ੈਂਟੇਟਿਵ ਸੀ ਗੱਲ ਕੀਤੀ, ਕਿਸ ਤਰ੍ਹਾਂ ਦੇ ਇੰਟਰਨਸ਼ਿਪ ਨੂੰ ਲੈ ਕੇ, ਜਿਹੜੀ ਪੇਡ ਇੰਟਰਨਸ਼ਿਪ ਨੂੰ ਲੈ ਕੇ ਜਿਹੜੀ ਗੱਲ ਕੀਤੀ ਹੈ। ਕਾਫੀ ਜ਼ਿਆਦਾ ਲੋਕਾਂ ਨੂੰ ਇਸ ਨੂੰ ਲੈ ਕੇ, ਸਟੂਡੈਂਟਸ ਨੂੰ ਇਸ ਨੂੰ ਲੈ ਕੇ ਜਿਹੜੀ ਹੈ ਸਹੂਲਤਾਂ ਹੋਣ ਵਾਲੀਆਂ ਨੇ। ਤੇ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਤੁਸੀਂ ਵੀ ਇੱਥੇ ਆ ਸਕਦੇ ਹੋ, ਆ ਕੇ ਆਪਣੇ ਜਿਹੜੇ ਡਾਊਟਸ ਹੈ ਕਲੀਅਰ ਕਰ ਸਕਦੇ ਹੋ। ਤੇ ਇੱਦਾਂ ਹੀ ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਕੈਮਰਾਮੈਨ ਪ੍ਰਿੰਸ ਦੇ ਨਾਲ ਮੈਂ ਨਿਧੀ ਵਰਮਾ।